ਗਜ਼ਵਾ ਖੰਦਕ ਇਸ ਜਗ੍ਹਾ ਤੇ ਹੋਈ ਸੀ। ਸਲਾਮ ਦਿੱਤੀ ਖੋਦਿਆ ਗਿਆ ਸੀ। 11 ਮੀਟਰ ਚੌੜੀ ਸੀ, 11 ਮੀਟਰ ਡੂੰਘੀ ਸੀ ਤੇ 7 ਕਿਲੋਮੀਟਰ ਇਹ ਲੰਬੀ ਸੀ। ਤੋਹਤ ਪਾ ਇਹ ਜਿਹੜਾ ਨਜ਼ਰ ਆ ਰਿਹਾ ਇਹ ਨਬੀ ਪਾਕ ਸਲਮ ਦਾ ਹੈ। ਇਹ ਜਿਹੜਾ ਬਰਾਊਨ ਕਲਰ ਦਾ ਨਹੀਂ ਇਹ ਕਮਰਾ ਜਿਹਾ, ਇਹ ਮੈਂ ਨੂੰ ਕਲੋਜ਼ ਕਰਦਾ। ਹਾਂਜੀ ਇਹ ਵਾਲਾ ਇਹ ਨਬੀ ਪਾਕ ਸਲਮ ਦਾ ਕਿ ਆਗੇ ਉਹ ਜਿਹੜੀ ਪੇਟੀ ਚ ਹਾਂਡੀ ਚ ਖਾਣਾ ਸੀ ਨਾ, ਨਬੀ ਪਾਕ ਸਲਮ ਨੇ ਫਰਮਾਇਆ ਸੀ ਇਸ ਦੇ ਉੱਪਰ ਕਪੜਾ ਡਾਲ ਦਿਓ। ਜਦੋਂ ਕਪੜਾ डालिया गया उस लाभ दाहन डालिया नबी पाक सल्लम ने। सुभान अल्लाह। फिर वो खाना तकसीम होया, 1000 बंदे ने रज के खादा सी, लेकिन वो खाना नहीं आया क्योंकि वो अकेला 1000 दे मुकाबले च लड़दा सी, उनदे च इन्नी ताकत सी। हजरत अली ने फरमाया कि कर लिया वार, हुण मेरी वारी। जो हजरत अली ने वार किया इको वार च दो टुकड़े करके पासे कर दिते। बिस्मिल्लाहिर्रहमानिर्रहीम। मैं शहजाद बाजवा। ए भाई साहब गज़वा खंदक इस जगह ते हुई सी, इस्लाम दी तीसरी जंग। अच्छा ਇਹ ਮਨਾਰ ਤੋਂ ਅਗਲੀ ਸਾਈਡ ਤੇ ਖੰਦਕ ਖੋਦਿਆ ਗਿਆ ਸੀ। 11 ਮੀਟਰ ਚੌੜੀ ਸੀ, 11 ਮੀਟਰ ਡੂੰਘੀ ਸੀ ਤੇ 7 ਕਿਲੋਮੀਟਰ ਇਹ ਲੰਬੀ ਸੀ। ਤੋਹਤ ਪਹਾੜ ਤੱਕ ਖੋਦਿਆ ਗਿਆ ਸੀ। ਅੱਛਾ ਜੀ। ਇਹ ਮਨਾਰ ਪਹਾੜ ਦੇ ਪਿਛਲੀ ਸਾਈਡ ਤੇ ਮਸਜਿਦ ਨਬੀ ਇਸ ਤਰੀਕੇ ਨਾਲ ਖੋਦਿਆ ਗਿਆ ਸੀ ਕਿ ਮਸਜਿਦ ਨਬੀ 'ਚ ਐਂਟਰੀ ਨਾ ਕਰ ਸਕਣ। ਅੱਛਾ ਠੀਕ ਹੈ। ਇੱਥੇ 7 ਮੋਰਚੇ ਨੇ ਜਿਨ੍ਹਾਂ ਨੂੰ ਮੋਰਚੇ ਵੀ ਕਿਹਾ ਜਾਂਦਾ ਹੈ, ਖੈਮੇ ਵੀ ਕਿਹਾ ਜਾਂਦਾ ਹੈ ਤੇ ਮਸਜਿਦਾਂ ਵੀ ਕਿਹਾ ਜਾਂਦਾ ਹੈ। ਇਹ ਜਿਹੜਾ ਨਜ਼ਰ ਆ ਰਿਹਾ ਇਹ ਨਬੀ ਪਾਕ ਸਲਮ ਦਾ ਹੈ। ਇਹ ਜਿਹੜਾ ਬਰਾਊਨ ਕਲਰ ਦਾ ਨਹੀਂ ਇਹ ਕਮਰਾ ਜਿਹਾ, ਇਹ ਮੈਂ ਨੂੰ ਕਲੋਜ਼ ਕਰਦਾ। ਹਾਂਜੀ ਇਹ ਵਾਲਾ ਇਹ ਨਬੀ ਪਾਕ ਸਲਮ ਦਾ ਹੈ। ਇਹ ਕੀ ਸੀ ਨਬੀ? ਇਹ ਮੋਰਚਾ ਸੀ ਨਾ, ਮੋਰਚਾ ਜਿਨ੍ਹਾਂ ਨੂੰ ਮਸਜਿਦਾਂ ਵੀ ਕਿਹਾ ਜਾਂਦਾ, ਸਭਾ ਮਸਾਜਿਦ ਤੇ ਇਹ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਮੋਰਚਾ ਸੀ। ਇਹ ਖੈਮਾ ਵੀ ਕਿਹਾ ਜਾਂਦਾ, ਮੋਰਚਾ ਵੀ ਕਿਹਾ ਜਾਂਦਾ। ਨਬੀ ਪਾਕ ਸਲਮ ਅਸਲ ਹਾਲਤ ਦੇ ਵਿੱਚ ਨਹੀਂ, ਤੁਰਕੀਆਂ ਨੇ ਮੇਨਟੇਨੈਂਸ ਕੀਤੇ ਨੇ ਬਾਅਦ ਚ। ਅੱਛਾ ਅੱਛਾ ਅੱਛਾ। ਹਾਂਜੀ ਇਹ ਦੁਬਾਰਾ ਮੇਨਟੇਨੈਂਸ ਹੋਏ ਨੇ। ਇਸ ਤੋਂ ਥੱਲੇ ਇਹ ਜਿਹੜਾ ਨਹੀਂ ਅਤੀਰ ਤੇ ਅਗਲੀ ਸਾਈਡ ਤੇ ਹਾਂਜੀ ਇਹ ਵਾਲਾ ਜੀ ਆ ਜੀ ਉੱਪਰ ਵਾਈਟ ਨਜ਼ਰ ਆ ਰਿਹਾ, ਇਹ ਹਜ਼ਰਤ ਸਲਮਾਨ ਫਾਰਸੀ ਦਾ ਮਸ਼ਵਰਾ ਵੀ ਖੰਦਕ ਦਾ ਉਹਨਾਂ ਨੇ ਦਿੱਤਾ ਸੀ ਖੋਦਣ ਦਾ। ਅੱਛਾ ਅੱਛਾ ਠੀਕ ਹੈ। ਉਹ ਮਨਾਰ ਦੇ ਥੱਲੇ ਹਜ਼ਰਤ ਅਬੂ ਬਕਰ ਸਦੀਕ ਦਾ ਸੀ, ਅਗਲੇ ਮਨਾਰ ਦੇ ਥੱਲੇ ਹਜ਼ਰਤ ਉਸਮਾਨ ਗਨੀ ਦਾ ਸੀ। ਦੋਵੇਂ ਖਤਮ ਕਰ ਦਿੱਤੇ ਨੇ ਇਹਨਾਂ। ਅੱਛਾ ਅੱਛਾ ਠੀਕ ਹੈ। ਇਹ ਉਹੀ ਜਗ੍ਹਾ ਜਿੱਥੇ ਮੁਖਤਲਿਫ ਮਸਜਿਦਾਂ ਸਨ। ਜੀ 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 ਇਹਨਾਂ ਨੂੰ ਸਭਾ ਮਸਾਜਿਦ ਕਹਿੰਦੇ ਨੇ। ਹੋਰ ਨਾਲ ਨਾਲ ਸਨ ਉੱਤੇ ਪਹਾੜ ਤੇ ਚੜ ਕੇ ਵੀ ਮਸਜਿਦ ਸੀ। ਹਾਜੀ ਸਾਹਿਬ ਉਹ ਪਾਰਕਿੰਗ ਬਣਾਉਣ ਦਾ ਇਹਨੇ ਗੱਡੀ ਨਹੀਂ ਜਾਂਦੀ। ਅੱਛਾ ਰੋਡ ਤੋੜਿਆ। ਅੱਛਾ ਅੱਛਾ। ਇਹ ਵਾਲਾ ਹਜ਼ਰਤ ਉਸਮਾਨ ਹਜ਼ਰਤ ਉਮਰ ਦਾ ਹੈ। ਅਜੇ ਤੋਂ ਬੱਸ ਮੋੜ ਰਹੀ ਨੇ, ਮੈਂ ਤੁਹਾਨੂੰ ਦਿਖਾਣਾ। ਇਹ ਮਨਾਰ ਨਜ਼ਰ ਆ ਰਿਹਾ ਨਾ, ਮਨਾਰ ਦੇ ਥੱਲੇ ਇਸ ਮਨਾਰ ਥੱਲੇ ਹਜ਼ਰਤ ਅਬੂ ਬਕਰ ਸਦੀਕ ਦਾ ਸੀ, ਇਸ ਮਨਾਰ ਥੱਲੇ ਹਜ਼ਰਤ ਉਸਮਾਨ ਗਨੀ ਦਾ ਸੀ। ਬਤਾ ਰਾਈਟ ਮਨਾਰ ਦੇ ਥੱਲੇ ਹਜ਼ਰਤ ਉਸਮਾਨ ਗਨੀ ਦਾ ਸੀ। ਹਾਂਜੀ। ਤੇ ਇਹ ਜਿਹੜਾ ਲੈਫਟ ਸਾਈਡ ਦਾ ਮਨਾਰ ਹੈ ਹਜ਼ਰਤ ਅਬੂ ਬਕਰ ਸਦੀਕ ਦਾ ਸੀ ਖੈਮਾ। ਠੀਕ ਹੈ। ਇਹ ਜਿਹੜਾ ਨਜ਼ਰ ਆ ਰਿਹਾ ਨਾ ਬਰਾਊਨ ਕਲਰ ਦਾ, ਜਿਹਨੂੰ ਲੱਕੜੀਆਂ ਦੀ ਸਪੋਰਟ ਲੱਗੀ, ਹਾਂਜੀ ਜ਼ੂਮ ਕਰੋ, ਇਹ ਵਾਲਾ ਇਹ ਹਜ਼ਰਤ ਉਮਰ ਬਿਨ ਖਤਾਬ ਦਾ ਸੀ। ਇਹ ਵਾਲਾ ਅੱਛਾ ਅੱਛਾ। ਇਸ ਦੇ ਉੱਪਰ ਹਜ਼ਰਤ ਅਲੀ ਦਾ ਸੀ, ਨੀਚੇ ਹਜ਼ਰਤ ਫਾਤਿਮਾ ਦਾ ਸੀ। ਇਹ 7 ਮੋਰਚੇ ਨੇ ਜਿਨ੍ਹਾਂ ਨੂੰ ਸਭਾ ਮਸਾਜਿਦ ਵੀ ਕਿਹਾ ਜਾਂਦਾ। ਜੰਗ ਖੰਦਕ ਦੇ ਦੌਰਾਨ ਗਜ਼ਵਾ ਖੰਦਕ ਦੇ ਇਸਲਾਮ ਦੀ ਤੀਸਰੀ ਜੰਗ ਹੋਈ ਹੈ ਜਿੰਦੇ ਤੋਂ ਬਗੈਰ ਨੁਕਸਾਨ ਤੋਂ ਫਤਹ ਹੋ ਗਈ ਸੀ। ਇੱਥੇ ਨੁਕਸਾਨ ਨਹੀਂ ਸੀ ਮੁਸਲਮਾਨਾਂ ਦਾ। ਮਾਸ਼ਾਅੱਲਾ। ਜੰਗ ਇਸ ਜਗ੍ਹਾ ਤੇ ਕਫਾਰ ਖੈਮੇ ਲਗਾ ਕੇ ਬਹਿ ਗਏ ਸੀ। ਜਿਹੜਾ ਭੰਨਿਆ ਨਾ ਰੋਡ ਸਾਰਾ, ਹਾਂਜੀ ਹਾਂਜੀ, ਇਸ ਜਗ੍ਹਾ ਤੇ ਖੈਮੇ ਲਾ ਕੇ ਬਹਿ ਰਹੇ ਸੀ। ਅੱਛਾ, ਕੁਫਾਰ ਨੇ ਇੱਥੇ ਖੈਮੇ ਲਾਏ ਸੀ। ਇਹ ਪਹਾੜ ਦੇ ਉੱਤੇ ਭਾਈ ਜਾਨੇ ਤੁਰਕੀਆਂ ਨੇ ਮੋਰਚੇ ਬਣਾਏ ਸੀ ਮਸਜਿਦ ਨਬੀ ਦੀ ਹਿਫਾਜ਼ਤ ਵਾਸਤੇ। ਇਹਦੇ ਪਿਛਲੀ ਸਾਈਡ ਤੇ ਮਸਜਿਦ ਨਬੀ ਹੈ, ਉੱਥੇ ਅਸਲਾ ਵਗੈਰਾ ਰੱਖਦੇ ਸਨ। ਅੱਛਾ। ਇਹ ਤੁਰਕੀਆਂ ਨੇ ਉਹ ਦੂਜੇ ਇਹ ਪਹਾੜ ਤੋਂ ਪਰਲੇ ਪਾਸੇ ਮਸਜਿਦ ਨਬੀ ਕਿੰਨਾ ਦੂਰ ਹੈ? ਨਾਲ ਹੀ 500-700 ਮੀਟਰ ਬਸ। ਇਹਦਾ ਮਤਲਬ ਇਹ ਪਹਾੜ ਜਿਹੜਾ ਵੇ ਮਸਜਿਦ ਨਬੀ ਤੋਂ ਵੀ ਨਜ਼ਰ ਆਉਂਦਾ ਹੈ। ਹਾਂਜੀ। ਅੱਛਾ ਅੱਛਾ। ਉਹ ਕਿਹੜੇ ਪਾਸੋਂ ਨਜ਼ਰ ਆਉਂਦਾ? ਤੁਹਾਡਾ ਜਿਹੜਾ ਹੋਟਲ ਹੁੰਦਾ ਸਾਹਮਣੇ ਇਹੀ ਪਹਾੜ ਨਜ਼ਰ ਆਉਂਦਾ ਪਿਆ। ਪਹਾੜ ਦਾ ਕੀ ਨਾਮ ਹੈ? ਜਬਲੇ ਸਲਾ। ਜਬਲੇ ਸਲਾ। ਇਸ ਪਹਾੜ ਦੇ ਪਿਛਲੀ ਸਾਈਡ ਤੇ ਹਜ਼ਰਤ ਜਾਬਰ ਦਾ ਘਰ ਸੀ, ਜਿਨ੍ਹਾਂ ਨੇ ਨਬੀ ਪਾਕ ਸਲਮ ਦੀ ਦਾਵਤ ਕੀਤੀ ਸੀ। ਕਿਉਂਕਿ ਮੁਸਲਮਾਨਾਂ ਕੋ ਖਾਣ ਵਾਸਤੇ ਕੁਝ ਨਹੀਂ ਸੀ, ਪੇਟ ਦੇ ਉੱਤੇ ਪੱਥਰ ਬੰਨ ਕੇ ਖੰਦਕ ਖੋਦਿਆ ਗਿਆ ਸੀ। ਬਿਲਕੁਲ। ਸਹਾਬਾ ਨੇ ਇੱਕ ਪੱਥਰ ਬੰਨਿਆ ਸੀ, ਨਬੀ ਪਾਕ ਸਲਮ ਨੇ 2 ਪੱਥਰ ਬੰਨੇ ਸੀ। ਠੀਕ ਹੈ। ਇਹ ਹਜ਼ਰਤ ਜਾਬਰ ਨੇ ਦਾਵਤ ਕੀਤੀ ਨਬੀ ਪਾਕ ਸਲਮ ਦੀ, ਤੇ ਇਹਨਾਂ ਕੋ ਖਾਣਾ ਸੀ 5-6 ਲੋਕਾਂ ਦਾ। ਇੱਕ ਛੋਟਾ ਜਿਹਾ ਬੱਕਰਾ ਜ਼ਿਬਾ ਕੀਤਾ ਸੀ। ਜੀ ਜੀ। ਉਹਨਾਂ ਨੇ ਸਾਰੇ ਲੋਕੀ ਆ ਗਏ। ਹਾਂਜੀ। ਉਹਨਾਂ ਨੇ ਨਬੀ ਪਾਕ ਸਲਮ ਨੂੰ ਦਾਵਤ ਦਿੱਤੀ ਤੇ ਨਬੀ ਪਾਕ ਸਲਮ ਨੇ ਸਾਰਿਆਂ ਨੂੰ ਦਾਵਤ ਦੇ ਦਿੱਤੀ। ਤੇ ਜਦੋਂ ਸਹਾਬਾ ਘਰ ਗਏ, ਉਹਨਾਂ ਨੇ ਬੀਵੀ ਨਾਲ ਮਸ਼ਵਰਾ ਕੀਤਾ। ਨਬੀ ਪਾਕ ਸਲਮ ਤੋਂ ਸਾਰਾ ਲਸ਼ਕਰ ਲੈ ਕੇ ਆ ਰਹੇ ਨੇ, ਸਾਡੇ ਕੋਲ ਤਾਂ ਖਾਣਾ ਹੀ 5-6 ਲੋਕਾਂ ਦਾ। ਬਿਲਕੁਲ। ਉਹਨਾਂ ਦੀ ਬੀਵੀ ਨੇ ਕਿਹਾ ਕਿ ਤੁਸੀਂ ਇਹ ਨਬੀ ਪਾਕ ਸਲਮ ਨੂੰ ਦੱਸ ਕੇ ਆਏ ਜੀ ਸਾਡੇ ਕੋਲ ਗੁੰਜਾਇਸ਼ 5-6 ਲੋਕਾਂ ਦੀ। ਉਹਨਾਂ ਨੇ ਕਿਹਾ ਜੀ ਮੈਂ ਦੱਸ ਕੇ ਆਇਆ।
ਜਦੋਂ ਇੱਥੇ ਲਸ਼ਕਰ ਲੈ ਕੇ ਆ ਗਏ ਉਹ ਜਿਹੜੀ ਪਤੀਲੀ 'ਚ ਹਾਂਡੀ 'ਚ ਖਾਣਾ ਸੀ ਨਾ, ਨਬੀ ਪਾਕ ਸੱਲੱਲਾਹੁ ਨੇ ਫਰਮਾਇਆ ਸੀ ਇਸ ਦੇ ਉੱਪਰ ਕਪੜਾ ਡਾਲ ਦਿਓ। ਜਦੋਂ ਕਪੜਾ ਡਾਲਿਆ ਗਿਆ ਉਸ 'ਚ ਲਾਬਿਦ ਦਾ ਹੰਡਾ ਲਿਆ ਨਬੀ ਪਾਕ ਸੱਲੱਲਾਹੁ ਨੇ। ਸੁਭਾਨ ਅੱਲਾਹ। ਫਿਰ ਉਹ ਖਾਣਾ ਤਕਸੀਮ ਹੋਇਆ, 1000 ਬੰਦੇ ਨੇ ਰੱਜ ਕੇ ਖਾਧਾ ਸੀ, ਲੇਕਿਨ ਉਹ ਖਾਣਾ ਨਹੀਂ ਸੀ ਖਤਮ ਹੋਇਆ। ਸੁਭਾਨ ਅੱਲਾਹ। ਫਿਰ ਉਹ ਖਾਣਾ ਗਰੀਬਾਂ 'ਚ ਤਕਸੀਮ ਹੋਇਆ, ਫਿਰ ਵੀ ਖਤਮ ਨਹੀਂ ਹੋਇਆ। ਫਿਰ ਸਹਾਬਾ ਨੇ ਉਸ ਦੇ ਉੱਪਰੋਂ ਕਪੜਾ ਉਠਾਤਾ। ਨਬੀ ਪਾਕ ਸੱਲੱਲਾਹੁ ਨੇ ਫਰਮਾਇਆ ਸੀ ਕਿ ਤੁਸੀਂ ਕਪੜਾ ਨਾ ਉਠਾਉਂਦੇ, ਇਹ ਕਿਆਮਤ ਤੱਕ ਸਾਰੀ ਉਮਤ ਨੇ ਬੈਠ ਕੇ ਖਾਣਾ ਸੀ, ਇਹ ਖਾਣਾ ਨਹੀਂ ਸੀ ਖਤਮ ਹੋਣਾ। ਇਸ ਜੰਗ ਦਾ ਵਾਕਿਆ ਸੀ। ਤੁਸੀਂ ਕਪੜਾ ਚੁੱਕ ਦਿੱਤਾ। ਹਾਂਜੀ। ਇਹ ਫਿਰ ਜਦੋਂ ਨਬੀ ਪਾਕ ਸੱਲੱਲਾਹੁ ਨੇ ਫਤਹ ਯਾਬੀ ਦੀ ਦੁਆ ਮੰਗੀ ਤੇ ਜਿੱਥੇ ਆਪਾਂ ਖੜੇ ਸੀ ਨਾ, ਇੱਥੇ ਕੁਫਾਰ ਖੈਮੇ ਲਗਾ ਕੇ ਬਹਿ ਗਏ ਸੀ। ਫਿਰ ਜਦੋਂ ਫਤਹ ਯਾਬੀ ਦੀ ਦੁਆ ਮੰਗੀ, ਅੱਲਾਹ ਤਾਲਾ ਨੇ ਇੱਥੇ ਤੂਫਾਨ ਭੇਜ ਦਿੱਤਾ ਬਹੁਤ ਜ਼ਬਰਦਸਤ। ਉਹਨਾਂ ਦਾ ਜੋ ਖਾਣ ਪੀਣ, ਜੋ ਖੈਮੇ ਸੀ, ਸਭ ਕੁਝ ਖਤਮ ਹੋ ਗਿਆ। ਫਿਰ ਵਾਪਸ ਚਲੇ ਗਏ ਸੀ ਇੱਥੋਂ, ਇਹ ਬਗੈਰ ਨੁਕਸਾਨ ਹੋਏ ਫਤਹ ਹੋ ਗਈ ਸੀ। ਲੇਕਿਨ ਸਭ ਤੋਂ ਲੰਬੀ ਜੰਗ ਇਹੀ ਚੱਲੀ ਸੀ, 28 ਦਿਨ ਤੱਕ ਚੱਲਦੀ ਰਹੀ ਹੈ। 28 ਦਿਨ। ਹਾਂਜੀ, 28 ਦਿਨ ਤੱਕ। 28 ਦਿਨ ਕੁਫਾਰ ਦੇ ਨਾਲ ਮੁਕਾਬਲਾ ਹੁੰਦਾ ਰਿਹਾ ਜੀ। ਇੱਥੇ ਹਜ਼ਰਤ ਅਲੀ ਨੇ ਅਮਰ ਬਿਨ ਇਬਨ ਵੁਦ ਦੇ 2 ਟੁਕੜੇ ਕੀਤੇ ਸੀ। ਜਦੋਂ ਆਇਆ ਤਾਂ ਉਹਨੇ ਮੁਸਲਮਾਨਾਂ ਨੂੰ ਲਲਕਾਰਿਆ ਕਿ ਆਓ ਕੋਈ ਮੇਰੇ ਮੁਕਾਬਲੇ 'ਚ। ਤੁਸੀਂ ਆਂਦੇ ਜੇ ਅਸੀਂ ਮੁਸਲਮਾਨ ਸ਼ਹੀਦ ਹੋਵਾਂਗੇ ਅਸੀਂ ਜੰਨਤ 'ਚ ਜਾਵਾਂਗੇ, ਠੀਕ ਹੈ, ਕੋਈ ਮੇਰੇ ਮੁਕਾਬਲੇ 'ਚ ਆਏ। ਕਿਉਂਕਿ ਉਹ ਅਕੇਲਾ 1000 ਦੇ ਮੁਕਾਬਲੇ 'ਚ ਲੜਦਾ ਸੀ, ਉਹਦੇ 'ਚ ਇੰਨੀ ਤਾਕਤ ਸੀ। ਤੇ ਜਦੋਂ ਮੁਸਲਮਾਨਾਂ ਨੂੰ ਲਲਕਾਰਿਆ ਤੇ ਹਜ਼ਰਤ ਅਲੀ ਖੜੇ ਹੋਏ, ਨਬੀ ਪਾਕ ਸੱਲੱਲਾਹੁ ਨੇ ਬਿਠਾਤਾ। ਜਦੋਂ ਦੂਸਰੀ ਵਾਰ ਲਲਕਾਰਿਆ ਫਿਰ ਹਜ਼ਰਤ ਅਲੀ ਖੜੇ ਹੋਏ, ਫਿਰ ਨਬੀ ਪਾਕ ਸੱਲੱਲਾਹੁ ਨੇ ਬਿਠਾਤਾ। ਜਦੋਂ ਤੀਸਰੀ ਵਾਰੀ ਲਲਕਾਰਿਆ ਫਿਰ ਹਜ਼ਰਤ ਅਲੀ ਖੜੇ ਹੋਏ, ਫਿਰ ਨਬੀ ਪਾਕ ਸੱਲੱਲਾਹੁ ਨੇ ਖੁਦ ਤਲਵਾਰ ਥਮਾਈ ਹਜ਼ਰਤ ਅਲੀ ਨੂੰ ਔਰ ਇਮਾਮਾ ਬਾਨਿਆ ਸਰ ਤੇ। ਜਦੋਂ ਹਜ਼ਰਤ ਅਲੀ ਜੰਗ ਲਈ ਗਏ ਤਾਂ ਹਜ਼ਰਤ ਅਲੀ ਨੂੰ ਮਜ਼ਾਕ ਕਰਨ ਲੱਗ ਪਿਆ ਕਿ ਜਾ ਕਿਸੇ ਵੱਡੇ ਨੂੰ ਭੇਜ, ਤੈਨੂੰ ਨਹੀਂ ਪਤਾ ਮੇਰੀ ਮਾਂ ਨੇ ਮੇਰਾ ਨਾਮ ਅਮਰ ਬਿਨ ਆਪਣੇ ਬੁੱਧ ਰੱਖਿਆ, ਮੈਂ ਇਕੱਲਾ 1000 ਦਾ ਮੁਕਾਬਲਾ ਕਰਨਾ। ਹਜ਼ਰਤ ਅਲੀ ਨੇ ਫਰਮਾਇਆ ਸੀ ਪਤਾ ਨਹੀਂ ਉਹ ਕਿਹੜੇ 1000 ਕੌਣ 1000 ਸੀ ਜਿਹੜੇ ਤੇਰੇ ਮੁਕਾਬਲੇ ਚ ਆਂਦੇ ਰਹੇ, ਤੂੰ ਵਾਰ ਕਰ, ਮੈਨੂੰ ਕਹਾਣੀਆਂ ਨਾ ਸੁਣਾ। ਤੈਨੂੰ ਮੈਂ 3 ਆਪਸ਼ਨ ਦੇਣਾ, ਜਾਂ ਜੰਗ ਛੱਡ ਕੇ ਭੱਜ ਜਾ, ਜਾਂ ਸਲਾਮ ਕਬੂਲ ਕਰ ਲਾ, ਤੇ ਜਾਂ ਮਰਨ ਲਈ ਤਿਆਰ ਹੋ ਜਾ। ਜਦੋਂ ਵਹਿਸ਼ੀ ਹੋਇਆ, ਉਹਨੇ ਪਹਿਲੀ ਤਲਵਾਰ ਆਪਣੇ ਘੋੜੇ ਦੀਆਂ ਲੱਤਾਂ ਨੂੰ ਮਾਰੀ, ਲੱਤਾਂ ਵੜ ਦਿੱਤੀਆਂ। ਉਸ ਦਾ ਲੱਤਾਂ ਵੱਢਣ ਦਾ ਮਕਸਦ ਇਹ ਸੀ ਕਿ ਮੈਂ ਮੁਸਲਮਾਨਾਂ ਕੋ ਡਰ ਕੇ ਭੱਜਣ ਵਾਲਿਆਂ ਚੋਂ ਨਹੀਂ ਨੇ, ਮੈਂ ਮੁਸਲਮਾਨ ਸਾਰੇ ਖਤਮ ਕਰਕੇ ਜਾਣੇ ਨੇ ਹੰਕਾਰ ਦੇ ਵਿੱਚ ਨਾ। ਤੇ ਜਦੋਂ ਉਹਨੇ ਵਾਰ ਕੀਤਾ, ਪਹਿਲੇ ਜੰਗ 1 ਬਾਈ 1 ਹੁੰਦੀ ਸੀ, ਗਰੁੱਪ ਦੇ ਹਿਸਾਬ ਨਾਲ ਜੰਗ ਨਹੀਂ ਸੀ ਹੁੰਦੀ। ਅੱਛਾ। ਜਦੋਂ ਉਹਨੇ ਵਾਰ ਕੀਤਾ, ਹਜ਼ਰਤ ਅਲੀ ਨੇ ਵਾਰ ਰੋਕਿਆ ਤੇ ਹਜ਼ਰਤ ਅਲੀ ਦੀ ਉਹ ਦਾਰ ਟੁੱਟੀ, ਜਿਹੜੀ ਪਲੇਟ ਜੀ ਹੁੰਦੀ ਨਾ ਤਲਵਾਰ ਨਾਲ ਵਾਰ ਰੋਕਣ ਵਾਲੀ, ਹਜ਼ਰਤ ਅਲੀ ਦੇ ਮਾਮੇ ਤੇ ਜਾ ਲੱਗੀ। ਹਜ਼ਰਤ ਅਲੀ ਨੇ ਫਰਮਾਇਆ ਕਿ ਕਰ ਲਿਆ ਵਾਰ, ਹੁਣ ਮੇਰੀ ਵਾਰੀ। ਜਦੋਂ ਹਜ਼ਰਤ ਅਲੀ ਨੇ ਵਾਰ ਕੀਤਾ, ਉਹ ਇੱਕੋ ਵਾਰ ਚ ਉਹਦੇ 2 ਟੁਕੜੇ ਕਰਕੇ ਪਾਸੇ ਕਰ ਦਿੱਤੇ। ਸੁਭਾਨ ਦਰਮਿਆਨ ਚ 2 ਟੁਕੜੇ ਕਰ ਛੜੇ। ਜੋ ਜਿਹੜਾ ਲਿਬਾਸ ਸੀ ਪਾਇਆ ਉਹਨੇ ਲੋਹੇ ਦਾ, ਉਹ ਵੀ ਚੀਰਿਆ ਗਿਆ ਸੀ। ਇੰਨੀ ਜ਼ੋਰ ਨਾਲ। ਤੇ ਇਹ ਉਹ ਫਿਰ ਕਫਾਰ ਖੌਫਜ਼ਦਾ ਹੋ ਗਏ ਕਿ ਹਜ਼ਰਤ ਅਲੀ ਨੇ ਸਾਡਾ ਸਰਦਾਰ ਮਾਰਤਾ। ਫਿਰ ਉਹ ਨਬੀ ਪਾਕ ਸੱਲੱਲਾਹੁ ਨੇ ਫਤਹ ਯਾਬੀ ਦੀ ਦੁਆ ਮੰਗੀ, ਉਹ ਵਾਪਸ ਭੱਜ ਗਏ। ਸੁਭਾਨ ਅੱਲਾਹ। ਤੇ ਇਸ ਤਰ੍ਹਾਂ ਫਤਹ ਹੋਈ ਸੀ ਜੰਗ ਅਲੀ। ਇੱਥੇ ਨੁਕਸਾਨ ਬਸ ਇੱਕੋ ਇਹੀ ਵਾਰ ਹੋਇਆ ਸੀ। ਇਸ ਲਈ ਹਜ਼ਰਤ ਅਲੀ ਨੂੰ ਅੱਲਾਹ ਤਾਲਾ ਨੇ ਲਕਬ ਦਿੱਤਾ ਹੈ ਸ਼ੇਰੇ ਖੁਦਾ। ਕਿਉਂਕਿ ਇਮਾਮ ਹਸਨ ਹੁਸੈਨ ਮਰਦਾਂ ਚੋਂ ਜੰਨਤ ਦੇ ਸਰਦਾਰ ਹੈ, ਹਜ਼ਰਤ ਅਲੀ ਨੂੰ ਅੱਲਾਹ ਤਾਲਾ ਨੇ ਲਕਬ ਦਿੱਤਾ ਸ਼ੇਰੇ ਖੁਦਾ ਦਾ। ਹਜ਼ਰਤ ਫਾਤਿਮਾ ਔਰਤਾਂ ਚੋਂ ਜੰਨਤ ਦੀ ਸਰਦਾਰ। ਸੁਭਾਨ ਅੱਲਾਹ। ਸੁਭਾਨ ਅੱਲਾਹ। wanna know